ਕੈਨੇਡਾ ਵਿੱਚ ਸਟੱਡੀ ਵੀਜ਼ਾ ਤੇ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਖਬਰ ਖਾਸ ਤੌਰ ਤੇ ਹੈ। ਜੇਕਰ ਤੁਸੀਂ ਇੱਥੇ ਸਟੱਡੀ ਵੀਜ਼ਾ ਤੇ ਪਹੁੰਚਣ ਲੱਗੇ ਹੋ ਜਾਂ ਫਿਰ ਤੁਸੀਂ ਸਟੱਡੀ ਵੀਜ਼ਾ ਦੇ ਲਈ ਕੈਨੇਡਾ ਦੇ ਕਿਸੇ ਕਾਲਜ ਵਿੱਚ ਅਪਲਾਈ ਕਰਨ ਲੱਗੇ ਹੋ ਤਾਂ ਕਾਲਜਾਂ ਦੇ ਵੱਲੋਂ ਇਸ ਵਕਤ ਕੀ ਕੀਤਾ ਜਾ ਰਿਹਾ ਜਾਂ ਫਿਰ ਜੇਕਰ ਤੁਹਾਡੇ ਕੋਲ ਅਜੇ ਤੱਕ ਸਟੱਡੀ ਪਰਮਿਟ ਨਹੀਂ ਆਇਆ ਸੋ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਆ। ਜ਼ਰਾ ਸੋਚ ਸਮਝ ਕੇ ਕੈਨੇਡੀਅਨ ਕਾਲਜਸ ਵਿੱਚ ਐਡਮਿਸ਼ਨ ਲਿਓ ਕਿਉਂਕਿ ਤੁਹਾਡਾ ਨਾ ਸਿਰਫ ਪੈਸਾ ਬਲਕਿ ਤੁਹਾਡਾ ਭਵਿੱਖ, ਤੁਹਾਡਾ ਸਮਾਂ, ਤੁਹਾਡਾ ਸਭ ਕੁਝ ਦਾਅ ਤੇ ਲੱਗ ਰਿਹਾ ਹੈ। ਅੱਜ ਤੁਹਾਨੂੰ ਦੋ ਅਜਿਹੀਆਂ ਹੀ ਖਬਰਾਂ ਤੋਂ ਵਾਕਿਫ ਕਰਵਾਉਣ ਜਾ ਰਹੇ ਹਾਂ ਜਿਹਦੇ ਵਿੱਚ ਇੱਕ ਤਾਂ ਇੱਥੇ ਪਹੁੰਚੇ ਹੋਏ ਸਟੂਡੈਂਟਸ ਦੇ ਨਾਲ ਕਾਲਜ ਦੇ ਵੱਲੋਂ ਜੋ ਧੱਕਾ ਕੀਤਾ ਜਾ ਰਿਹਾ ਤੇ ਦੂਜੀ ਉਹ ਖਬਰ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਹੜੇ ਇਸ ਵਕਤ ਆਪਣੇ ਮੁਲਕ ਵਿੱਚ ਬੈਠੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡੀਅਨ ਯੂਨੀਵਰਸਿਟੀਜ਼ ਜਾਂ ਕਾਲਜਸ ਦੇ ਵਿੱਚ ਫਿਲਹਾਲ ਆਪਣਾ ਇੱਕ ਸਮੈਸਟਰ ਪੂਰਾ ਕਰ ਚੁੱਕੇ ਨੇ ਪਰ ਅਜੇ ਤੱਕ ਉਹ ਸਟੱਡੀ ਪਰਮਿਟ ਦੀ ਵੇਟ ਦੇ ਵਿੱਚ ਨੇ। ਸੋ ਬੜੇ ਹੀ ਧਿਆਨ ਦੇ ਨਾਲ ਇਹ ਖਬਰ ਸੁਣਿਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਕਾਲਜਸ ਦੇ ਬਾਰੇ ਵਿੱਚ ਸੋਚ ਸਮਝ ਕੇ ਫੈਸਲਾ ਲਿਓ ਕਿ ਕਿਹੜੇ ਕਾਲਜ ਵਿੱਚ ਤੁਸੀਂ ਐਡਮਿਸ਼ਨ ਕਰਵਾਓਗੇ ਕਿ ਤੁਹਾਡਾ ਭਵਿੱਖ ਜਿਹੜਾ ਹੈ ਉਹ ਸੇਫ ਰਹੇ। ਪਹਿਲਾਂ ਗੱਲ ਕਰਦੇ ਹਾਂ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਇੱਥੇ ਕਾਲਜਾਂ ਵਿੱਚ ਐਡਮਿਸ਼ਨਸ ਤਾਂ ਲਈਆਂ। ਕਿਸੇ ਨੇ ਇੱਕ ਸਮੈਸਟਰ ਪੂਰਾ ਕਰ ਲਿਆ, ਕਿਸੇ ਨੇ 2 ਤੇ ਕਿਸੇ ਦਾ ਆਖਰੀ ਸਮੈਸਟਰ ਹੈ ਪਰ ਕਾਲਜ ਵਾਲਿਆਂ ਨੇ ਇਹਨਾਂ ਵਿਦਿਆਰਥੀਆਂ ਨੂੰ ਐਨਰੋਲਮੈਂਟ ਦੇਣ ਤੋਂ ਮਨਾ ਕਰ ਦਿੱਤਾ। ਗੱਲ ਕਰ ਰਹੇ ਹਾਂ ਓਨਟਾਰੀਓ ਦੇ ਸਕਾਰਬਰੋ ਦੇ ਐਲਫਾ ਇੰਟਰਨੈਸ਼ਨਲ ਕਾਲਜ ਦੀ। ਇਸ ਕਾਲਜ ਦੇ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਜਾਂ ਤਾਂ ਅਨਆਫੀਸ਼ੀਅਲ ਲੇ-ਆਫ ਲੈ ਲੈਣ ਜਾਂ ਕਾਲਜ ਤੋਂ ਫਿਰ ਆਪਣਾ ਨਾਮ ਵਿਡਰਾ ਕਰਵਾ ਲੈਣ। ਵਿਦਿਆਰਥੀਆਂ ਵੱਲੋਂ ਆਪਣੇ ਅਗਲੇ ਸਮੈਸਟਰ ਦੀਆਂ ਫੀਸਾਂ ਵੀ ਦਿੱਤੀਆਂ ਜਾ ਚੁੱਕੀਆਂ ਨੇ। ਦੱਸ ਦਈਏ ਕਿ ਜੇਕਰ ਕੋਈ ਵਿਦਿਆਰਥੀ ਅਨਆਫੀਸ਼ੀਅਲ ਲੇ-ਆਫ ਲੈਂਦਾ ਹੈ ਤਾਂ ਉਸ ਨੂੰ ਅੱਗੇ ਜਾ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਵਿੱਚ ਦਿੱਕਤਾਂ ਆ ਸਕਦੀਆਂ ਨੇ ਤੇ ਜੇਕਰ ਉਹ ਨਾਮ ਵਿਡਰਾ ਕਰਵਾਉਂਦੇ ਨੇ ਤਾਂ ਉਹਨਾਂ ਦੇ ਸਟੂਡੈਂਟ ਸਟੇਟਸ ਤੇ ਪ੍ਰੋਬਲਮ ਆਏਗੀ ਅਤੇ ਅੱਗੇ ਜਾ ਕੇ ਇਮੀਗ੍ਰੇਸ਼ਨ ਪ੍ਰੋਸੈਸ ਵਿੱਚ ਕਾਫੀ ਪਰੇਸ਼ਾਨੀ ਆ ਸਕਦੀ ਹੈ। ਅਜਿਹੇ ਵਿੱਚ ਵਿਦਿਆਰਥੀਆਂ ਵੱਲੋਂ ਇਕੱਠੇ ਹੋ ਕੇ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਤਾਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਉਹ ਘਰ ਜਾਣ ਤੇ ਇੱਕ-ਇੱਕ ਕਰਕੇ ਸਭ ਨਾਲ ਰਾਬਤਾ ਕਾਇਮ ਕੀਤਾ ਜਾਏਗਾ। ਜਦ ਵਿਦਿਆਰਥੀ ਨਹੀਂ ਮੰਨੇ ਅਤੇ ਪੂਰੀ ਰਾਤ ਕਾਲਜ ਦੇ ਬਾਹਰ ਪ੍ਰਦਰਸ਼ਨ ਕੀਤਾ ਤਾਂ ਅਗਲੇ ਦਿਨ ਇੱਕ ਪੁਲਿਸ ਵਾਲਾ ਆਉਂਦਾ ਹੈ ਤੇ ਵਿਦਿਆਰਥੀਆਂ ਨੂੰ ਕਹਿੰਦਾ ਹੈ ਕਿ ਮੈਨੇਜਮੈਂਟ ਨੇ ਇਹ ਗੱਲ ਸਵੀਕਾਰ ਕਰ ਲਈ ਹੈ ਕਿ ਉਹਨਾਂ ਤੋਂ ਕਲੈਰੀਕਲ ਗਲਤੀ ਦੇ ਚਲਦਿਆਂ ਇਹ ਸਭ ਕੁਝ ਹੋਇਆ। ਕੁਝ ਕੁ ਵਿਦਿਆਰਥੀਆਂ ਨੂੰ ਮੁੜ ਤੋਂ ਸਮੈਸਟਰ ਵਿੱਚ ਐਨਰੋਲਮੈਂਟ ਦੇ ਦਿੱਤੀ ਜਾਏਗੀ ਪਰ ਬਾਕੀ ਵਿਦਿਆਰਥੀਆਂ ਦਾ ਕੀ? ਵਿਦਿਆਰਥੀ ਇਸ ਲਈ ਕਾਲਜ ਤੋਂ ਭਰੋਸਾ ਮੰਗ ਰਹੇ ਸੀ ਪਰ ਇਸ ਸੰਬੰਧੀ ਲਿਖਤੀ ਵੀ ਕੁਝ ਨਹੀਂ ਮਿਲਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਬਰੈਂਪਟਨ ਦੇ ਕਾਲਜ ਪਲਾਜ਼ਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਰਾਤ ਨੂੰ ਵਿਦਿਆਰਥੀਆਂ ਨੂੰ ਜ਼ਬਰਦਸਤੀ ਕਾਲਜ ਦੇ ਬਾਹਰੋਂ ਉਠਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਵਿੱਚ ਗੁੱਸਾ ਜ਼ੋਰਾਂ ਤੇ ਹੈ। ਵਿਦਿਆਰਥੀਆਂ ਨੇ ਸਮੂਹ ਭਾਈਚਾਰੇ ਨੂੰ ਅਤੇ ਬਾਕੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਏ। ਇਹ ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਦੱਸ ਦਈਏ ਕਿ ਵਿਦਿਆਰਥੀਆਂ ਵੱਲੋਂ ਕਾਲਜ ਦੇ ਬਾਹਰ ਐਤਵਾਰ ਨੂੰ ਮੁੜ ਤੋਂ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਗਈ ਸੀ। ਜੇਕਰ ਵਿਦਿਆਰਥੀਆਂ ਵੱਲੋਂ ਫੀਸ ਨਾ ਭਰੀ ਜਾਏ ਜਾਂ ਫਿਰ ਉਹਨਾਂ ਦੀ ਹਾਜ਼ਰੀ ਪੂਰੀ ਨਾ ਹੋਏ ਤਾਂ ਅਗਲੇ ਸਮੈਸਟਰ ਵਿੱਚ ਐਨਰੋਲਮੈਂਟ ਨਾ ਹੋਏ। ਇਹ ਗੱਲ ਸਹੀ ਲੱਗਦੀ ਹੈ ਪਰ ਸਭ ਕੁਝ ਸਹੀ ਹੋਣ ਦੇ ਬਾਵਜੂਦ ਜੇਕਰ ਐਨਰੋਲਮੈਂਟ ਨਾ ਮਿਲੇ ਤਾਂ ਇਹ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲਾਉਣ ਵਾਲੀ ਗੱਲ ਹੈ। ਦੂਜੇ ਪਾਸੇ ਗੱਲ ਕਰਦੇ ਹਾਂ ਉਹਨਾਂ ਵਿਦਿਆਰਥੀਆਂ ਦੀ ਜਿਨ੍ਹਾਂ ਨੇ ਆਪਣਾ ਇੱਕ ਸਮੈਸਟਰ ਤਾਂ ਪੂਰਾ ਕਰ ਲਿਆ ਪਰ ਅਜੇ ਤੱਕ ਉਹਨਾਂ ਨੂੰ ਕੈਨੇਡਾ ਦਾ ਸਟੱਡੀ ਪਰਮਿਟ ਨਹੀਂ ਮਿਲਿਆ। ਦੱਸ ਦਈਏ ਕਿ ਸਟੂਡੈਂਟ ਵੀਜ਼ਾ ਮਿਲਣਾ ਤਾਂ ਸੌਖਾ ਹੈ ਪਰ ਤੁਸੀਂ ਉਨੀ ਦੇਰ ਤੱਕ ਕੈਨੇਡਾ ਦੇ ਵਿੱਚ ਆ ਕੇ ਪੜ੍ਹ ਨਹੀਂ ਸਕਦੇ ਜਦ ਤੱਕ ਤੁਹਾਨੂੰ ਕੈਨੇਡਾ ਦਾ ਸਟੱਡੀ ਪਰਮਿਟ ਨਹੀਂ ਮਿਲਦਾ। ਕੈਨੇਡਾ ਦਾ ਸਟੱਡੀ ਪਰਮਿਟ ਤੁਹਾਨੂੰ ਕੈਨੇਡਾ ਵਿੱਚ ਆ ਕੇ ਕਾਲਜ ਅਟੈਂਡ ਕਰਨ ਦੀ ਇਜਾਜ਼ਤ ਦਿੰਦਾ ਹੈ। ਕੋਰੋਨਾ ਵਾਇਰਸ ਦੌਰਾਨ ਕੈਨੇਡਾ ਵੱਲੋਂ ਆਨਲਾਈਨ ਸਟੱਡੀ ਨੂੰ ਮਾਨਤਾ ਦਿੰਦਿਆਂ ਆਨਲਾਈਨ ਸਟੱਡੀ ਕਰਨ ਵਾਲਿਆਂ ਨੂੰ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਜਿਵੇਂ ਹੀ ਸਥਿਤੀ ਹੁਣ ਲਗਭਗ 2 ਸਾਲ ਬਾਅਦ ਠੀਕ ਹੋਣੀ ਸ਼ੁਰੂ ਹੋਈ ਤਾਂ ਕਾਲਜਸ ਅਤੇ ਯੂਨੀਵਰਸਿਟੀਜ਼ ਦੇ ਵੱਲੋਂ ਆਨਲਾਈਨ ਪੜ੍ਹਾਈ ਬੰਦ ਕਰਕੇ ਇਨ ਪਰਸਨ ਕਲਾਸਿਸ ਸ਼ੁਰੂ ਕਰ ਦਿੱਤੀਆਂ ਗਈਆਂ। ਪਰ ਹੁਣ ਸਮੱਸਿਆ ਉਹਨਾਂ ਵਿਦਿਆਰਥੀਆਂ ਲਈ ਖੜੀ ਹੋ ਗਈ ਹੈ ਜਿਨ੍ਹਾਂ ਨੇ ਇੱਕ ਸਮੈਸਟਰ ਤਾਂ ਆਨਲਾਈਨ ਪੂਰਾ ਕਰ ਲਿਆ ਪਰ ਅਗਲੀ ਪੜ੍ਹਾਈ ਪੂਰੀ ਕਰਨ ਲਈ ਉਹਨਾਂ ਨੂੰ ਕੈਨੇਡਾ ਦੇ ਸਟੱਡੀ ਪਰਮਿਟ ਦੀ ਉਡੀਕ ਹੈ। ਇੱਕ ਪਾਸੇ ਵਿਦਿਆਰਥੀਆਂ ਦੀ ਫੀਸ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੂੰ ਮਾਨਸਿਕ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕੁਝ ਅਜਿਹੇ ਵੀ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੇ ਕੈਨੇਡਾ ਦੇ ਪੋਸਟ ਸੈਕੰਡਰੀ ਸਕੂਲਸ ਵਿੱਚ ਦਾਖਲੇ ਲਏ ਸੀ ਅਤੇ ਉਹਨਾਂ ਨੇ ਆਨਲਾਈਨ ਪੜ੍ਹਾਈ ਵੀ ਸ਼ੁਰੂ ਕਰ ਲਈ। ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਆਸ ਵਿੱਚ ਬੈਠੇ ਨੇ ਕਿ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਕੈਨੇਡਾ ਦਾ ਸਟੱਡੀ ਪਰਮਿਟ ਮਿਲ ਜਾਏਗਾ ਪਰ ਲੰਮੀਆਂ ਉਡੀਕਾਂ ਦੇ ਬਾਵਜੂਦ ਉਹਨਾਂ ਨੂੰ ਅਜੇ ਤੱਕ ਸਟੱਡੀ ਪਰਮਿਟ ਜਾਰੀ ਨਹੀਂ ਹੋਏ ਜਿਸ ਕਾਰਨ ਉਹਨਾਂ ਦਾ ਪੈਸਾ ਅਤੇ ਭਵਿੱਖ ਦੋਵੇਂ ਹੀ ਬਰਬਾਦ ਹੋ ਰਹੇ ਨੇ। ਅਜਿਹੀ ਹੀ ਵਿਦਿਆਰਥਣ ਹੈ ਪੰਜਾਬ ਦੀ ਰਵਨੀਤ ਕੌਰ। ਦੱਸਦੀ ਕਿ ਰਵਨੀਤ ਨੂੰ ਸੇਂਟ ਕਲੇਅਰ ਕਾਲਜ ਵਿੱਚ ਇਵੈਂਟ ਮੈਨੇਜਮੈਂਟ ਪ੍ਰੋਗਰਾਮ ਵਿੱਚ ਦਾਖਲਾ ਮਿਲ ਗਿਆ ਸੀ ਜਿਸ ਤੋਂ ਬਾਅਦ ਉਸਨੇ ਜੁਲਾਈ 2021 ਵਿੱਚ ਸਟੱਡੀ ਪਰਮਿਟ ਲਈ ਅਪਲਾਈ ਕੀਤਾ। ਉਸਨੇ ਫੀਸ ਵੀ ਜਮ੍ਹਾਂ ਕਰਵਾ ਦਿੱਤੀ ਅਤੇ ਓਨਟਾਰੀਓ ਦੇ ਵਿੰਡਸਰ ਵਿੱਚ ਉਸਨੇ ਇੱਕ ਸਮੈਸਟਰ ਦੀਆਂ ਆਨਲਾਈਨ ਕਲਾਸਿਸ ਲਗਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਰਵਨੀਤ ਨੂੰ ਸੀ ਕਿ ਉਸਨੂੰ ਸਟੱਡੀ ਪਰਮਿਟ ਮਿਲ ਜਾਏਗਾ ਅਤੇ ਉਹ ਬਾਕੀ ਦੇ ਸਮੈਸਟਰ ਕੈਨੇਡਾ ਆ ਕੇ ਪੜ੍ਹ ਲਏਗੀ ਪਰ ਹੁਣ ਆਨਲਾਈਨ ਕਲਾਸਾਂ ਬੰਦ ਹੋ ਗਈਆਂ ਨੇ ਅਤੇ ਰਵਨੀਤ ਨੂੰ ਅਜੇ ਤੱਕ ਸਟੱਡੀ ਪਰਮਿਟ ਨਹੀਂ ਮਿਲਿਆ। ਉਸ ਦੀ ਪੜ੍ਹਾਈ ਹੁਣ ਹੋਲਡ ਤੇ ਪਈ ਹੈ। ਸਮਾਂ ਗੁਜ਼ਰ ਰਿਹਾ ਹੈ ਅਤੇ ਅਜੇ ਤੱਕ ਇਹ ਵੀ ਨਹੀਂ ਪਤਾ ਕਿ ਉਸ ਨੂੰ ਕੈਨੇਡਾ ਆ ਕੇ ਪੜ੍ਹਨ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ। ਉਸ ਦਾ ਕਹਿਣਾ ਹੈ ਕਿ ਅਸੀਂ ਇਸ ਮੁਸੀਬਤ ਵਿੱਚ ਹਾਂ ਕਿ ਸਾਨੂੰ ਆਪਣੇ ਭਵਿੱਖ ਤੱਕ ਦਾ ਪਤਾ ਨਹੀਂ। ਮਾਪਿਆਂ ਦੇ ਪੈਸੇ ਲੱਗ ਚੁੱਕੇ ਨੇ ਅਤੇ ਸਾਨੂੰ ਅਜੇ ਤੱਕ ਸਟੱਡੀ ਪਰਮਿਟ ਨਹੀਂ ਮਿਲਿਆ। ਨਾ ਤਾਂ ਅਜਿਹੇ ਵਿੱਚ ਉਹ ਆਪਣੇ ਕਿਸੇ ਹੋਰ ਕੋਰਸ ਵਿੱਚ ਜਾ ਸਕਦੀ ਹੈ
ਸਗੋਂ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਵੀ ਬਹੁਤ ਜ਼ਿਆਦਾ ਵੱਧ ਗਈਆਂ ਨੇ। CBSE ਦੇ ਵੱਲੋਂ ਭਾਰਤ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਹੇ ਕੁਝ ਹੋਰ ਵਿਦਿਆਰਥੀਆਂ ਨਾਲ ਵੀ ਗੱਲ ਕੀਤੀ ਗਈ ਜੋ ਕਿ ਪਿਛਲੀਆਂ ਗਰਮੀਆਂ ਤੋਂ ਅਤੇ ਕਈ ਫਾਲ ਤੋਂ ਕੈਨੇਡੀਅਨ ਸਟੱਡੀ ਪਰਮਿਟ ਦੀ ਉਡੀਕ ਵਿੱਚ ਨੇ। 20 ਸਾਲਾ ਸਿਡ ਸ਼ਰਮਾ ਨੇ ਕਿਹਾ ਕਿ ਮੈਂ ਅਜਿਹਾ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਨੂੰ ਕੈਨੇਡਾ ਆਉਣ ਲਈ ਇੰਨਾ ਸਮਾਂ ਬਰਬਾਦ ਕਰਨਾ ਪਏਗਾ। ਉਸਨੇ ਕਿਹਾ ਕਿ ਸਾਨੂੰ ਵੀ 6 ਮਹੀਨੇ ਹੋ ਚੁੱਕੇ ਨੇ। ਉਹ ਨਵੀਂ ਦਿੱਲੀ ਤੋਂ ਹੈ ਅਤੇ ਸਿਡ ਨੇ ਸੇਂਟ ਕਲੇਅਰ ਕਾਲਜ ਵਿੱਚ ਨਵੰਬਰ ਮਹੀਨੇ ਵਿੱਚ ਮਾਰਕੀਟਿੰਗ ਦੇ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ ਤੇ ਸਟੱਡੀ ਪਰਮਿਟ ਲਈ ਅਜੇ ਤੱਕ ਇੰਤਜ਼ਾਰ ਕਰ ਰਿਹਾ ਹੈ। ਹੁਣ ਦੇਖਣਾ ਇਹ ਹੋਏਗਾ ਕਿ ਇਹਨਾਂ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਕਦੋਂ ਜਾਰੀ ਹੁੰਦਾ ਹੈ ਅਤੇ ਮੁੜ ਤੋਂ ਆ ਕੇ ਆਪਣੀ ਪੜ੍ਹਾਈ ਕਦੋਂ ਸ਼ੁਰੂ ਕਰਦੇ ਨੇ। ਜਿਹੜੇ ਵਿਦਿਆਰਥੀ ਇਸ ਵਕਤ ਕਾਲਜ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਨੂੰ ਕੀ ਐਨਰੋਲਮੈਂਟ ਦਿੱਤੀ ਜਾਏਗੀ ਜਾਂ ਨਹੀਂ, ਇਹ ਵੀ ਸਵਾਲੀਆ ਨਿਸ਼ਾਨ ਹੈ। ਸੋ ਵਿਦਿਆਰਥੀਆਂ ਦਾ ਭਵਿੱਖ ਇਸ ਵਕਤ ਕੈਨੇਡੀਅਨ ਕਾਲਜਾਂ ਦੇ ਚੱਲਦਿਆਂ ਹਨੇਰੇ ਵਿੱਚ ਲਟਕ ਰਿਹਾ ਹੈ। ਸੋ ਇਸ ਲਈ ਜਦੋਂ ਵੀ ਕੈਨੇਡਾ ਦੇ ਕਾਲਜਾਂ ਵਿੱਚ ਐਡਮਿਸ਼ਨ ਲਵੋ, ਆਪਣਾ ਭਵਿੱਖ, ਆਪਣਾ ਸਮਾਂ ਅਤੇ ਆਪਣਾ ਪੈਸਾ ਸਭ ਕੁਝ ਸੋਚ ਸਮਝ ਕੇ ਲਵੋ। ਬਿਊਰੋ ਰਿਪੋਰਟ, ਹਮਦਰਦ ਨਿਊਜ਼।